हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ ਮੈਡੀਵਲ ਹਿਸਟਰੀ ਮੱਧਕਾਲੀਨ ਭਾਰਤ ਦਾ ਇਤਿਹਾਸ ਅਗਲੇ ਨਵੇਂ MCQ ਪ੍ਰਸ਼ਨ ਉੱਤਰ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਲੈਕਚਰ 12 ਡੇਲੀ ਸਮਾਂ ਜਿਹੜਾ ਕਲਾਸ ਦਾ 3 ਵਜੇ ਹੁੰਦਾ। ਪਹਿਲੀ ਵਾਰ ਜੁਆਇਨ ਕਰ ਰਹੇ ਹੋ ਤਾਂ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਸਮੇਂ ਸਿਰ ਮਿਲਦੀ ਰਹੇ। ਜਿਨ੍ਹਾਂ ਨੇ ਹਾਲੇ ਤੱਕ ਪਹਿਲਾਂ ਵਾਲੇ ਭਾਗ ਰੀਡ ਨਹੀਂ ਕੀਤੇ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਤਾਂ ਉੱਥੇ ਜਾ ਕੇ ਸਾਰੇ ਭਾਗ ਜਿਹੜੇ रीड कर सकते हो। तो स्टार्ट करते हैं जी अगले MCQ प्रश्न उत्तर। तो विजयनगर साम्राज्य अपना टॉपिक है जोड़ा चल रहा है। सो इस काफ़ी सारे MCQ प्रश्न उत्तर बनते हैं। सो कंटिन्यू तो प्रोवाइड कर रहे हैं। तो प्रश्न नंबर 261 तो स्टार्ट करांगे। कल जोड़े आप 260 तक किए। आखिरी प्रश्न अपना तलीकोटा की लड़ाई सी जिहदे पूछा गया कि साम्राज्य के पतन होया सीगा जो तलीकोटा की लड़ाई हुई सी। तो विजयनगर साम्राज्य जोड़ा पतन सी वो तलीकोटा की लड़ाई दे विच होया सीगा। अते लड़ाई सी जिहड़ी सैनापति राम राय ते सैनापति हुसैन निजाम शाही जो इन्हां दीयां सेनावां सी इन्हां दे विचकार हुई सी। तो 261वां प्रश्न है विजयनगर साम्राज्य का जो शासक सीगा राम राय तो इहदा कतल है जिहड़ा किसने कीता सी। तो कल वाला क्वेश्चन जिन्हें ध्यान नाल सुनिया तो उन्होंने इसका आंसर पता लग गया होगा। अली आदिल शाह, तिरुमल, हुसैन निजाम शाह पहला या श्री रंगा तीजा। तो विजयनगर साम्राज्य का जोड़ा शासक सीगा राम राय तो यदा जोड़ा कातल सीगा हुसैन निजाम शाह पहला इसने कीता सी क्योंकि तलीकोटा की जिहड़ी लड़ाई सी वो सैनापति राम राय अते सैनापति हुसैन निजाम शाही पहले दीयां सेनावां विचकार हुई सी। तो इसे निजाम शाही जो हुसैन सीगा इसे नहीं राम राय का कतल किया सी तलीकोटा की लड़ाई दे विच जिहदे कारण विजयनगर साम्राज्य का जिहड़ा पतन है वो होया सी। अगला प्रश्न है अरबिंदु वंश का शासनकाल कितना सी। जो अरबिंदु वंश होया 1542 तो 1646, 1570 तो 1655, 1570 तो 1670 ਜਾਂ 1570 ਤੋਂ 1670। ਤਾਂ ਅਰਬਿੰਦੂ ਵੰਸ਼ ਸੀਗਾ ਜਿਹੜਾ ਇਹਦਾ ਸ਼ਾਸਨ ਕਾਲ ਸੀਗਾ ਉਹ 1542 ਤੋਂ 1646 ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਸ ਸ਼ਾਸਕ ਨੇ ਵਿਜੇਨਗਰ ਰਾਜਧਾਨੀ ਨੂੰ ਪੈਨੂਗੋਂਡਾ ਦੇ ਵਿੱਚ ਤਬਦੀਲ ਹੈ ਜਿਹੜਾ ਕੀਤਾ ਸੀ। ਤਿਰੂਮਲ ਨੇ, ਅਰਬਿੰਦੂ ਨੇ, ਵੈਂਕਟ ਪਹਿਲਾ ਨੇ ਜਾਂ ਕ੍ਰਿਸ਼ਨ ਦੇਵ ਰਾਏ ਨੇ। ਤਾਂ ਉਹ ਸ਼ਾਸਕ ਸੀਗਾ ਤਿਰੂਮਲ जिन्हें विजयनगर की राजधानी ਨੂੰ ਪੈਨੂਗੋਂਡਾ ਦੇ ਵਿੱਚ ਤਬਦੀਲ ਕਰ ਦਿੱਤਾ ਸੀਗਾ। ਤਾਂ ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਇਹਨਾਂ ਦੇ ਵਿੱਚੋਂ ਕਿਹੜੀ ਵਿਜयनगर ਸਾਮਰਾਜ ਦੀ ਪ੍ਰਸ਼ਾਸਨਿਕ ਇਕਾਈ ਨਹੀਂ ਹੈ। ਮੰਡਲਮ ਪ੍ਰਾਂਤ, ਨਾਡੂ ਜ਼ਿਲ੍ਹਾ, ਗ੍ਰਾਮ ਪਿੰਡ ਜਾਂ ਫਿਰ ਸ਼ਹਿਰ। ਤਾਂ ਵਿਜयनगर ਸਾਮਰਾਜ ਸੀ ਜਿਹੜਾ ਪ੍ਰਸ਼ਾਸਨਿਕ ਇਕਾਈ ਪੁੱਛਿਆ ਗਿਆ ਕਿਹੜੀ ਨਹੀਂ ਹੈ ਤਾਂ ਉਹ ਸੀਗੀ ਸ਼ਹਿਰ। ਸੋ ਮੰਡਲਮ ਪ੍ਰਾਂਤ ਆਪਾਂ ਕੱਲ੍ਹ ਹੀ ਕਰੇ ਸੀ ਪਿਛਲੇ ਕੁਐਸਚਨਾਂ 'ਚ। ਇਸ ਤੋਂ ਪਹਿਲਾਂ ਜ਼ਿਲ੍ਹੇ ਬਾਰੇ ਤੁਹਾਨੂੰ ਦੱਸਿਆ ਸੀ ਅਤੇ ਗ੍ਰਾਮ ਪਿੰਡਾਂ ਬਾਰੇ ਕੁਐਸਚਨ ਜਿਹੜੇ ਕਰਵਾਏ ਗਏ ਸੀ। ਤਾਂ ਆਪਸ਼ਨ ਸੱਸਾ ਜਿਹੜੀ ਪ੍ਰਸ਼ਾਸਨਿਕ ਇਕਾਈ ਨਹੀਂ ਸੀ ਵਿਜयनगर ਸਾਮਰਾਜ ਦੀ ਉਹ ਸੀਗਾ ਸ਼ਹਿਰ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਸੋ ਚੱਲਦੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਦਿਆ ਕਰੋ। अगला प्रश्न है विजयनगर साम्राज दे विच न्यायिक व्यवस्था किस प्रशासन की मुख्य विशेषता है। प्रांत दी जिन्होंने मंडलम कहा जाता है, नाडू जिन्होंने जिला कहा जाता है, ग्राम जिन्होंने पिंड कहा जाता सी जां फिर शहर दी। तो विजयनगर साम्राज दे विच जो न्यायिक व्यवस्था सी वो मंडलम यानी कि प्रांत की मुख्य विशेषता सीगी। ऑप्शन ऊड़ा राइट आंसर आएगा। अगला प्रश्न है विठल स्वामी ਅਤੇ ਹਜ਼ਾਰਾ ਮੰਦਰ ਇਹ ਕਿੱਥੇ ਸਥਿਤ ਨੇ। ਕਿਹੜੀ ਜਗ੍ਹਾ ਤੇ ਕਿਹੜੇ ਸਥਾਨ ਤੇ। ਹੰਪੀ ਤੇ, ਬੀਜਾਪੁਰ ਤੇ, ਅਹਿਮਦਨਗਰ ਤੇ ਜਾਂ ਫਿਰ ਦਿੱਲੀ 'ਚ। ਤਾਂ ਵਿਠਲ ਸੁਆਮੀ ਅਤੇ ਹਜ਼ਾਰਾ ਮੰਦਰ ਨੇ ਜਿਹੜੇ ਉਹ ਹੰਪੀ ਦੇ ਵਿੱਚ ਸਥਿਤ ਨੇ। ਜਾਂ ਉਲਟਾ ਕੇ ਪੁੱਛ ਲਿਆ ਜਾਂਦਾ ਹੰਪੀ ਦੇ ਵਿੱਚ ਕਿਹੜੇ ਕਿਹੜੇ ਮੰਦਰ ਸਥਿਤ ਨੇ। ਆਪਸ਼ਨਾਂ ਦੇ ਵਿੱਚ ਤੁਹਾਨੂੰ ਆ ਜਾਣਗੇ ਦੋ ਆਪਸ਼ਨ ਦੇ ਜੁਟ ਆ ਜਾਣਗੇ ਵਿਠਲਾ ਸੁਆਮੀ, ਹਜ਼ਾਰਾ ਮੰਦਰ
ਇਸੇ ਤਰ੍ਹਾਂ 3 ਆਪਸ਼ਨਾਂ ਤੁਹਾਨੂੰ ਹੋਰ ਦੇ ਦਿੱਤੀਆਂ ਜਾਣਗੀਆਂ। ਤਾਂ ਹੰਪੀ ਦੇ ਵਿੱਚ ਇਹ ਮੰਦਿਰ ਨੇ ਜਿਹੜੇ ਸਥਿਤ ਨੇ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਾਹਮਣੀ ਰਾਜ ਦੀ ਨੀਂਹ ਕਿਸ ਨੇ ਰੱਖੀ ਸੀ? ਮੋਸਟ ਇੰਪੋਰਟੈਂਟ ਕੁਐਸਚਨ ਹੈ। ਹਸਨ ਗੰਗੂ, ਜਿਹਨੂੰ ਅਲਾਉਦੀਨ ਹਸਨ ਬਾਹਮਣ ਸ਼ਾਹ ਕਿਹਾ ਜਾਂਦਾ ਸੀ, ਹਰੀਹਰ ਜਾਂ ਬੁੱਕਾ ਰਾਏ ਜਾਂ ਦੇਵ ਰਾਏ ਦੂਜਾ ਨੇ। ਤਾਂ ਬਾਹਮਣੀ ਰਾਜ ਦੀ ਜਿਹੜੀ ਨੀਂਹ ਸੀ ਉਹ ਹਸਨ ਗੰਗੂ ਨੇ ਰੱਖੀ ਸੀ, ਜਿਹਨੇ ਅਲਾਉਦੀਨ ਹਸਨ ਬਾਹਮਣ ਸ਼ਾਹ ਕਿਹਾ ਜਾਂਦਾ ਹੈ। ਅੱਗੇ ਬਾਹਮਣੀ ਰਾਜ ਦੀ ਸਾਮਰਾਜ ਸੀ ਜਿਹੜਾ, ਇਹਦੀ ਰਾਜਧਾਨੀ ਕਿਹੜੀ ਸੀ? ਦਿੱਲੀ, ਆਗਰਾ, ਗੁਲਬਰਗਾ, ਜਿਹਨੂੰ ਬਾਅਦ ਵਿੱਚ ਅਹਿਮਦਾਬਾਦ ਕਿਹਾ ਜਾਂਦਾ ਸੀ ਜਾਂ ਨਾਮ ਪਿਆ ਸੀਗਾ, ਜਾਂ ਬੀਦਰ। ਤਾਂ ਬਾਹਮਣੀ ਸਾਮਰਾਜ ਦੀ ਜਿਹੜੀ ਰਾਜਧਾਨੀ ਸੀ ਉਹ ਗੁਲਬਰਗਾ, ਅਹਿਮਦਾਬਾਦ ਸੀ। ਆਪਸ਼ਨ ਈ ਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਾਹਮਣੀ ਸਾਮਰਾਜ ਦਾ ਸਭ ਤੋਂ ਮਹਾਨ ਸ਼ਾਸਕ ਕੌਣ ਹੋਇਆ ਹੈ? ਹਸਨ ਬਾਹਮਣ ਸ਼ਾਹ, ਤਾਜੁਦੀਨ ਫਿਰੋਜ਼ ਸ਼ਾਹ, ਅਲਾਉਦੀਨ ਖਿਲਜੀ ਜਾਂ ਅਲੀ ਆਦਲ ਸ਼ਾਹ। ਤਾਂ ਬਾਹਮਣੀ ਸਾਮਰਾਜ ਦਾ ਸਭ ਤੋਂ ਮਹਾਨ ਸ਼ਾਸਕ ਸੀ ਜਿਹੜਾ ਉਹ ਆਪਸ਼ਨ ਆੜਾ ਤਾਜੁਦੀਨ ਫਿਰੋਜ਼ ਸ਼ਾਹ ਹੋਇਆ ਹੈ। ਸਭ ਤੋਂ ਮਹਾਨ ਸ਼ਾਸਕ ਮੋਸਟ ਇੰਪੋਰਟੈਂਟ ਕੁਐਸਚਨ ਹੈ, ਜ਼ਰੂਰ ਪੁੱਛਿਆ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਬਾਹਮਣੀ ਸਾਮਰਾਜ ਦੀ ਰਾਜਧਾਨੀ ਗੁਲਬਰਗਾ ਤੋਂ ਬੀਦਰ ਬਣਾਉਣ ਵਾਲਾ ਸ਼ਾਸਕ ਕੌਣ ਸੀ? ਸੋ ਪਹਿਲਾਂ ਗੁਲਬਰਗਾ ਸੀ ਬਾਹਮਣੀ ਸਾਮਰਾਜ ਦੀ ਧਰਨੀ, ਇਸ ਤੋਂ ਬਾਅਦ ਬੀਦਰ ਕਿਸ ਨੇ ਬਣਾਈ ਸੀ ਇਹ ਦੱਸਣਾ ਹੈ। ਹਸਨ ਗੰਗੂ ਨੇ, ਤਾਜੁਦੀਨ ਫਿਰੋਜ਼ ਸ਼ਾਹ ਨੇ, ਅਹਿਮਦ ਸ਼ਾਹ ਨੇ ਜਾਂ ਫਿਰ ਅਲੀ ਆਦਿਲ ਸ਼ਾਹ ਨੇ। ਤਾਂ ਬਾਹਮਣੀ ਸਾਮਰਾਜ ਦੀ ਰਾਜਧਾਨੀ ਜਿਹੜੀ ਗੁਲਬਰਗਾ ਤੋਂ ਬੀਦਰ ਬਣਾਈ ਗਈ ਸੀ, ਤਾਂ ਉਹ ਬਣਵਾਈ ਗਈ ਸੀ ਅਹਿਮਦ ਸ਼ਾਹ ਦੇ ਦੁਆਰਾ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅੱਗੇ ਸਹੀ ਮਿਲਾਨ ਕਰਨੇ ਹੈ, ਕਿਹੜਾ ਮਿਲਾਨ ਹੈ ਜਿਹੜਾ ਕਿਹੜੇ ਨਾਲ ਮੈਚ ਕਰਦਾ ਹੈ। ਸੋ ਇਸ ਤਰ੍ਹਾਂ ਦੇ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹੈ। ਸੋ ਪਹਿਲੇ ਦਾ ਇਮਾਦ ਸ਼ਾਹੀ, ਤਾਂ ਇਹਦਾ ਆਏਗਾ ਆਪਸ਼ਨ ਈ ਬਰਾਰ। ਦੂਸਰਾ ਆਦਿਲ ਸ਼ਾਹੀ ਰਾਜ, ਤੇ ਇਹਦਾ ਆਏਗਾ ਬੀਜਾਪੁਰ। ਤੀਸਰਾ ਨਿਜ਼ਾਮ ਸ਼ਾਹੀ ਰਾਜ, ਤਾਂ ਇਹਦਾ ਆਪਸ਼ਨ ਸੀ ਆਏਗਾ। ਚੌਥਾ ਕੁਤਬ ਸ਼ਾਹੀ ਰਾਜ ਗੋਲਕੁੰਡਾ। ਪੰਜਵਾਂ ਬਰੀਦ ਸ਼ਾਹੀ ਰਾਜ ਬੀਦਰ। ਤਾਂ ਨਿਚਲੀਆਂ ਆਪਸ਼ਨਾਂ ਦੇ ਹਿਸਾਬ ਨਾਲ ਆਪਸ਼ਨ ਆੜਾ ਜਿਹੜਾ ਸਾਡਾ ਰਾਈਟ ਆਨਸਰ ਬਣੇਗਾ। ਸੋ ਇਹ ਯਾਦ ਨਹੀਂ ਰਹਿੰਦੇ, ਇਕੱਲਾ ਇਕੱਲਾ ਕੁਐਸਚਨ ਯਾਦ ਕਰਨਾ ਹੋਏਗਾ। ਅਗਲਾ ਪ੍ਰਸ਼ਨ ਹੈ, ਦਿੱਲੀ ਸਲਤਨਤ ਦਾ ਅੰਤ ਅਤੇ ਮੁਗਲ ਸਾਮਰਾਜ ਦੀ ਨੀਂਹ ਕਿਹੜੀ ਸਦੀ ਦੇ ਵਿੱਚ ਰੱਖੀ ਗਈ? 16ਵੀਂ, 14ਵੀਂ, 13ਵੀਂ ਜਾਂ ਫਿਰ 17ਵੀਂ ਸਦੀ ਪੁੱਛੀ ਗਈ ਹੈ। ਤਾਂ ਦਿੱਲੀ ਸਲਤਨਤ ਦਾ ਅੰਤ ਅਤੇ ਮੁਗਲ ਸਾਮਰਾਜ ਦੀ ਨੀਂਹ ਸੀ ਜਿਹੜੀ ਉਹ 16ਵੀਂ ਸਦੀ ਦੇ ਵਿੱਚ ਰੱਖੀ ਗਈ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਤਾਂ ਵਿਜੇਨਗਰ ਸਾਮਰਾਜ ਨਾਲ ਸੰਬੰਧਿਤ MCQ ਪ੍ਰਸ਼ਨ ਉੱਤਰ ਜਿਹੜੇ ਇੱਥੇ ਕੰਪਲੀਟ ਹੋ ਚੁੱਕੇ ਨੇ। ਅਤੇ ਅਗਲਾ ਟੌਪਿਕ ਹੈ ਜਿਹੜਾ ਮੁਗਲ ਸਾਮਰਾਜ 1526 ਤੋਂ 1857 ਸਟਾਰਟ ਹੁੰਦਾ ਹੈ। ਤਾਂ ਹੁਣ ਜਿਹੜੇ ਮੁਗਲ ਸਾਮਰਾਜ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਬਣਦੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਮੁਗਲ ਸਾਮਰਾਜ ਦਾ ਸੰਸਥਾਪਕ ਕੌਣ ਸੀ? ਜਹੀਰ ਉਦੀਨ ਮੁਹੰਮਦ ਬਾਬਰ, ਹਮਾਯੂ, ਅਕਬਰ ਜਾਂ ਉਮਰ ਸ਼ੇਖ ਮਿਰਜ਼ਾ। ਤਾਂ ਮੁਗਲ ਸਾਮਰਾਜ ਦਾ ਜਿਹੜਾ ਸੰਸਥਾਪਕ ਸੀਗਾ ਉਹ ਜਹੀਰ ਉਦੀਨ ਮੁਹੰਮਦ ਬਾਬਰ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਾਬਰ ਦਾ ਜਨਮ 14 ਫਰਵਰੀ 1483 ਈਸਵੀ ਨੂੰ ਕਿੱਥੇ ਹੋਇਆ ਸੀ? ਕਾਬਲ, ਦਿੱਲੀ, ਫਰਗਨਾ, ਅੰਦੀਜਾਨ ਜਾਂ ਫਿਰ ਮੱਧ ਏਸ਼ੀਆ। ਤਾਂ ਇੱਥੇ ਵੀ ਦੋ ਕੁਐਸਚਨ ਬਣਦੇ ਆ। ਬਾਬਰ ਦਾ ਜਨਮ ਕਦੋਂ ਹੋਇਆ ਸੀ? 14 ਫਰਵਰੀ 1483 ਨੂੰ। ਕਿਸ ਜਗ੍ਹਾ ਹੋਇਆ ਸੀਗਾ? ਤਾਂ ਇਹ ਹੋਇਆ ਸੀਗਾ ਫਰਗਨਾ ਜੋ ਅੰਦੀਜਾਨ ਦੇ ਵਿੱਚ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ।
ਅਗਲਾ ਪ੍ਰਸ਼ਨ ਹੈ ਮੋਸਟ ਇੰਪੋਰਟੈਂਟ ਹੈ, ਬਾਬਰ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ? ਅਰਬੀ ਦਾ, ਫਾਰਸੀ ਦਾ, ਤੁਰਕੀ ਦਾ ਜਾਂ ਫਿਰ ਉਰਦੂ ਦਾ? ਤਾਂ ਬਾਬਰ ਸ਼ਬਦ ਹੈ ਜਿਹੜਾ ਇਹ ਤੁਰਕੀ ਭਾਸ਼ਾ ਦਾ ਸ਼ਬਦ ਹੈ। ਆਪਸ਼ਨ ਡੀ ਰਾਈਟ ਆਨਸਰ ਆਏਗਾ। ਅੱਗੇ ਹੇਠ ਲਿਖੇ ਕਥਨ ਨੇ ਇਹਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈ, ਇਹ ਪੁੱਛਿਆ ਗਿਆ। ਉਮਰ ਸ਼ੇਖ ਮਿਰਜ਼ਾ ਤੈਮੂਰ ਦੇ ਵੰਸ਼ ਨਾਲ ਸੰਬੰਧ ਰੱਖਦਾ ਸੀ। ਕੁਤਲਗ ਨਿਗਾਰ ਖਾਂ ਮੰਗੋਲ ਨੇਤਾ ਚੰਗੇਜ਼ ਖਾਂ ਦੇ ਵੰਸ਼ 'ਚੋਂ ਸੀ। ਬਾਬਰ ਦਾ ਪੂਰਾ ਨਾਂ ਜ਼ਹੀਰਉੱਦੀਨ ਮੁਹੰਮਦ ਬਾਬਰ ਸੀ। ਇਹ ਆਪਾਂ ਸਟਾਰਟਿੰਗ 'ਚ ਆਪਾਂ ਨੂੰ ਪ੍ਰਸ਼ਨ ਆ ਚੁੱਕਿਆ। ਬਾਬਰ ਦਾ ਜਨਮ ਕਾਬਲ ਦੇ ਵਿੱਚ ਹੋਇਆ ਸੀ। ਤਾਂ ਇੱਥੇ ਜਨਮ ਨਾਲ ਸੰਬੰਧਿਤ ਜਿਹੜਾ ਜੁੱਟ ਹੈ ਇਹ ਸਹੀ ਨਹੀਂ ਹੈ। ਆਪਸ਼ਨ ਸੱਸਾ। ਹੁਣੇ ਆਪਾਂ ਜਨਮ ਦੀ ਤਰੀਕ ਅਤੇ ਤੁਹਾਨੂੰ ਸਥਾਨ ਦੱਸਿਆ। 14 ਫਰਵਰੀ 1483 ਨੂੰ ਬਾਬਰ ਦਾ ਜਨਮ ਹੋਇਆ ਸੀ। ਕਿਹੜੀ ਜਗ੍ਹਾ 'ਤੇ ਹੋਇਆ ਸੀਗਾ? ਫਰਗਨਾ ਜੋ ਅੰਦੀਜਾਨ 'ਚ ਹੈ। ਤਾਂ ਬਾਬਰ ਦਾ ਜਨਮ ਜਿਹੜਾ ਕਾਬਲ ਵਿੱਚ ਨਹੀਂ ਹੋਇਆ ਸੀਗਾ। ਆਪਸ਼ਨ ਸੱਸਾ ਕਥਨ ਹੈ ਜਿਹੜਾ ਉਹ ਸਹੀ ਨਹੀਂ ਹੈ। ਅਗਲਾ ਪ੍ਰਸ਼ਨ ਹੈ, ਬਾਬਰ ਨੇ ਬਾਦਸ਼ਾਹ ਦੀ ਉਪਾਧੀ ਕਦੋਂ ਧਾਰਨ ਕੀਤੀ ਸੀ? 1505 ਈਸਵੀ, 1506, 1507, 1508। ਤਾਂ ਬਾਬਰ ਨੇ ਜਿਹੜੀ ਬਾਦਸ਼ਾਹ ਦੀ ਉਪਾਧੀ ਸੀ ਜਿਹੜੀ 1507 ਈਸਵੀ ਦੇ ਵਿੱਚ ਧਾਰਨ ਕੀਤੀ ਸੀ। ਅੱਗੇ ਸਹੀ ਮਿਲਾਨ ਕਰਨੇ ਹੈ। ਛੁਪ ਕੇ ਵਾਰ ਕਰਨਾ, ਤਾਂ ਇਹਦਾ ਆਏਗਾ ਜੀ ਆਪਸ਼ਨ ਬੀ ਮੰਗੋਲਾਂ ਤੋਂ। ਤੋਪਖਾਨੇ ਦੀ ਵਰਤੋਂ ਕਿਸ ਨੇ ਕੀਤੀ ਸੀ? ਈਰਾਨੀਆਂ ਨੇ। ਜਾਂ ਤੋਪਖਾਨੇ ਦੀ ਵਰਤੋਂ ਕਰਨ ਲਈ ਸਿੱਖਿਆ ਗਿਆ ਸੀ ਈਰਾਨੀਆਂ ਤੋਂ। ਘੋੜਸਵਾਰ ਤੇ ਸਿੱਖਿਆ ਗਿਆ ਸੀ ਤੁਰਕਾਂ ਤੋਂ। ਤੁਲਗਮਾ ਤਾਂ ਇਹ ਸੀਗਾ ਉਜ਼ਬੇਕਾਂ ਤੋਂ। ਤਾਂ ਨਿਚਲੀਆਂ ਆਪਸ਼ਨਾਂ ਦੇ ਹਿਸਾਬ ਨਾਲ ਆਪਸ਼ਨ ਊੜਾ ਜਿਹੜਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਬਾਬਰ ਦੇ ਸਮੇਂ ਦਿੱਲੀ 'ਤੇ ਕਿਹੜੇ ਵੰਸ਼ ਦਾ ਰਾਜ ਸੀ? ਤੁਗਲਕ ਵੰਸ਼, ਖਿਲਜੀ ਵੰਸ਼, ਲੋਧੀ ਜਾਂ ਮੁਗਲ ਵੰਸ਼? ਤਾਂ ਬਾਬਰ ਦੇ ਸਮੇਂ ਦਿੱਲੀ 'ਤੇ ਜਿਹੜਾ ਲੋਧੀ ਵੰਸ਼ ਦਾ ਰਾਜ ਸੀਗਾ। ਆਪਸ਼ਨ ਡੀ ਰਾਈਟ ਆਨਸਰ ਆਏਗਾ। ਅੱਗੇ ਸਹੀ ਲੜਾਈਆਂ ਨੇ, ਇਹਨਾਂ ਦਾ ਮਿਲਾਨ ਕਰਨਾ ਹੈ। ਕਿਹੜੀ ਲੜਾਈ ਕਿਹੜੇ ਈਅਰ ਦੇ ਵਿੱਚ ਹੋਈ ਸੀ? ਤਾਂ ਇਹਦੇ ਵਿੱਚ ਅੱਡ ਪੈਟਰਨ ਹੁੰਦੇ ਨੇ ਸਾਰਨੀਆਂ ਦੇ ਵਿੱਚ। ਜੇਕਰ ਤੁਹਾਨੂੰ ਬਿਲਕੁਲ ਵੀ ਜਮ੍ਹਾਂ ਨਹੀਂ ਆਉਂਦਾ, ਕੋਈ ਵੀ ਆਪਸ਼ਨ ਤੁਹਾਨੂੰ ਇਹਨਾਂ ਵਿੱਚ ਕੋਈ ਵੀ ਨਹੀਂ ਯਾਦ ਹੈ ਵੀ ਕਿਹੜੀ ਲੜਾਈ ਕਦੋਂ ਹੋਈ ਸੀ, ਤਾਂ ਜ਼ਿਆਦਾਤਰ ਇਹਦੇ ਪੈਟਰਨ ਵਿੱਚ ਕੀ ਕੀਤਾ ਜਾਂਦਾ ਹੈ, ਜਿਵੇਂ ਪਹਿਲੇ ਤਾਂ ਇਹਦੇ ਵਿੱਚ ਇਹੀ ਪੈਟਰਨ ਲਾਗੂ ਕੀਤਾ ਗਿਆ। ਪਾਣੀਪਤ ਦੀ ਲੜਾਈ ਕਦੋਂ ਹੋਈ ਸੀ? 1526 ਦੇ ਵਿੱਚ ਪਹਿਲੀ ਲੜਾਈ ਹੋਈ ਸੀ। ਸੋ ਪਾਣੀਪਤ ਦੀਆਂ 3 ਲੜਾਈਆਂ ਹੋਈਆਂ ਸੀ। ਕਾਨਵਾ ਦੀ ਲੜਾਈ 1527, ਘਾਗਰਾ ਦੀ ਲੜਾਈ 1528, ਚੰਦੇਰੀ ਦੀ ਲੜਾਈ 1529। ਸੋ ਇੱਕ ਤਾਂ ਇਹਦੇ ਵਿੱਚ ਇਹ ਪੈਟਰਨ ਹੁੰਦਾ ਹੈ ਅਗਰ ਤੁਸੀਂ ਤੁੱਕਾ ਲਗਾਉਣਾ ਹੈ। ਤਾਂ ਦੂਸਰਾ ਇਹਦੇ ਵਿੱਚ ਕਿਹੜਾ ਪੈਟਰਨ ਹੁੰਦਾ ਹੈ? ਪਹਿਲੇ ਦਾ ਦੂਜੇ ਨਾਲ, ਦੂਜੇ ਦਾ ਪਹਿਲੇ ਨਾਲ, ਤੀਜੇ ਦਾ ਚੌਥੇ ਨਾਲ ਜਾਂ ਚੌਥੇ ਦਾ ਤੀਜੇ ਨਾਲ, ਜਾਂ ਇਹ ਪੈਟਰਨ ਹੁੰਦਾ। ਇਹ ਉਦੋਂ ਲਗਾਉਣਾ ਜੋ ਤੁਹਾਨੂੰ ਬਿਲਕੁਲ ਵੀ ਇਹਦਾ ਆਨਸਰ ਜਿਹੜਾ ਨਹੀਂ ਪਤਾ, ਨਾ ਤੁਹਾਨੂੰ ਪਾਣੀਪਤ ਦੀ ਲੜਾਈ ਦੀ ਡੇਟ ਦਾ ਪਤਾ ਹੈ, ਨਾ ਕਾਨਵਾ ਦੀ, ਨਾ ਘਾਗਰਾ ਦੀ, ਨਾ ਚੰਦੇਰੀ ਦੀ। ਤਾਂ ਇਹ ਟ੍ਰਿਕ ਉਦੋਂ ਲਾਉਣੀ ਹੈ। ਦੋਨਾਂ 'ਚ ਇੱਕ ਲਾ ਲਿਓ, 100% ਜਿਹੜੀ ਸਹੀ ਉਹਦੀ ਟ੍ਰਿਕ ਹੈ ਜਿਹੜੀ ਜਾਏਗੀ ਹੀ ਜਾਏਗੀ। ਜ਼ਿਆਦਾਤਰ ਜਿਹੜਾ ਪੈਟਰਨ ਇਹਦੇ ਵਿੱਚ ਚੱਲਦਾ ਹੈ ਉਹ ਪਹਿਲੇ ਦਾ ਏ, ਦੂਜੇ ਦਾ ਬੀ, ਤੀਜੇ ਦਾ ਸੀ, ਚੌਥੇ ਦਾ ਡੀ। ਤਾਂ ਇਹ ਹੁੰਦਾ। ਜੇ ਤੁਹਾਨੂੰ ਨਹੀਂ ਆਉਂਦਾ ਤਾਂ ਚੁੱਪ ਕਰਕੇ ਇਸ ਤਰ੍ਹਾਂ ਲਗਾਇਓ, 100% ਸਹੀ ਤੁਹਾਡਾ ਜਾਏਗਾ ਹੀ ਜਾਏਗਾ। ਵਰਨਾ ਇਹਦੇ ਵਿੱਚ ਨੈਗੇਟਿਵ ਮਾਰਕ ਤਾਂ ਨਹੀਂ ਹੁੰਦੀ, ਤੁਹਾਡਾ ਕੋਈ ਵੀ ਨੰਬਰ ਜਿਹੜਾ ਨਹੀਂ ਕੱਟਿਆ ਜਾਏਗਾ। ਸੋ ਕੋਸ਼ਿਸ਼ ਕਰਿਓ ਇਹਨੂੰ ਹੱਲ ਕਰਨ ਦੀ, ਯਾਦ ਕਰਨ ਦੀ। ਸੋ ਦੋਸਤੋ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਅੱਜ ਇਹ ਜਿਹੜਾ ਆਪਣਾ ਨਵਾਂ ਟੌਪਿਕ ਹੈ ਜਿਹੜਾ ਸਟਾਰਟ ਹੋ ਚੁੱਕਿਆ ਹੈ, ਮੁਗਲ ਸਾਮਰਾਜ। ਸੋ ਵੀਡੀਓ ਨੂੰ ਜੋ ਵੀ ਵੀਡੀਓ ਨੂੰ ਵਾਚ ਕਰ ਰਹੇ ਹੋ ਅੱਗੇ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਡੀਅנס ਆਪਣੇ ਨਾਲ ਜੁੜ ਸਕੇ, ਤੁਹਾਡਾ ਰਿਸਪੌਂਸ ਜਿਹੜਾ ਉਹ ਚੰਗਾ ਹੋ ਸਕੇ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ। ਉਹ ਤੱਕ ਲਈ ਧੰਨਵਾਦ ਜੀ।